खालसा वाहिगुरू जी की सतनाम श्री वाहिगुरु गुरु गरीब नवाज। तुद आगे अरदास हमारी जियो पिंड सब तेरा। कहो नानक सब तेरी वड्याई। कहो नानक सब तेरी वड्याई, कोई नाओ न जाने मेरा। संत सहाई जी के भवजल तारनहार। सब ते ऊंचे जानिए नानक नाम प्यार। ईश्वर आप ईश्वर दा रूप हो के ईश्वर आप ईश्वर दा रूप हो के ते भुले भटकियां नूं राहे पाउण आया। भुल चुके सी रब दा राह लोकी, उन्हां भुलियां ताईं समझाउण आया। खंडे तार वाली दे के पौहल खंडे तार वाली, गुरु गोबिंद ना फेर मलाउण आया। ईश्वर आप ईश्वर दा रूप हो के भुले भटकियां नूं राहे पाउण आया। जिन्ना न विसरे नाओ सेक नेहिया, भेद न जानो मूल। जी भेद न जानो मूल। साईं जेहा साईं जी वर्ग ने विसरे ना नाम जिनानु। साईं जी वर्ग ने विसरे ना नाम जिनानो। साईं जी वर्ग ने विसरे ना नाम जिनानु। साईं जी वर्गे ने विसरे ना नाम जिनानो। साईं जी वर्गे ने विसरे ना नाम जिनानो। साईं जी वर्गे ने विसरे ना नाम जिनानो।
दाता जी वर्ग ने साईं जी वर्ग ने विसरे ना नाम जिन साईं जी वर्ग ने विसरे ना नाम जिनानो साईं जी वर्गे 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 ने विसरे ना नाम जिनानो 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 हाजी जिना ना विसरे नाम से कन्हैया वेद ना जानो मूल साईं जिया गुरु गुरु करो किरपा सारी संगत महापुरखां दी याद विच जुड़े हो कोई लंगर वरता के सेवा कर रहा है कोई संगतां नूं लिया के सेवा कर रहा है पर एक सेवा होर है जो गुरु अर्जन साहब जी कहते हैं संत की सेवा नाम ध्याई है आ भी बड़ी बड़ी सेवा है महापुरख रब दे प्यारियां दी याद विच आओ 2 मिनट दी हाजरी है गुरु कृपा करे बीबियां भैणां भाई सारे जेड़े रस्ते च आ रहे ने वो भी हाजरी लवाओ वाह गुरु गुरु वाह गुरु 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 बीबियां भैणां गुरु 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 भाई भी जपो गुरु 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 वाह गुरु गुरु वाह गुरु 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 वाह गुरु गुरु वाह गुरु वाह गुरु वाह गुरु गुरु वाह गुरु वाह गुरु गुरु वाह गुरु वाह गुरु गुरु वाह गुरु गुरु वाह गुरु वाह गुरु गुरु वाह 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 मन विच करके ध्यान प्यारे सतगुर दा मन विच करके ध्यान प्यारे सतगुर दा रसना नल बोल वाहिगुरू करके ध्यान प्यारे सतगुर दा रसना नल बोल वाहिगुरू मन विच धर के ध्यान प्यारे सतगुर दा रसना नल बोल वाहिगुरू मन विच धर के ध्यान प्यारे सतगुर दा रसना नल बोल वाहिगुरू धर के ध्यान प्यारे सतगुर दा
ਵਾਹਿਗੁਰੂ। ਸਾਜੀ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਅੰਦਰ ਮਨ ਮਾਨ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਅੰਦਰ ਮਨ ਮਾਨ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਔਰ ਨਵਾਜੀ ਗੁਰੂ ਰੂਪ ਸਤ ਸੰਗਤ ਜੀਓ, ਆਓ ਜਿਤਨੇ ਵੀ ਮਾਈ ਭਾਈ ਆਪਣੇ ਦੁਨਿਆਵੀ ਕੰਮਾਂ ਧੰਦਾਰਾਂ ਨੂੰ ਸੰਕੋਚਦੇ ਹੋਏ ਇਹ ਰਾਤਰੀ ਦੇ ਸਮੇਂ ਵਿੱਚ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ, ਜਿਵੇਂ ਕਿ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਸਤਿਗੁਰੂ ਜੀ ਦੀ ਅਪਾਰ ਕਿਰਪਾ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅਤੇ ਮਹਾਪੁਰਖ ਸ੍ਰੀ ਮਾਨ ਸੰਤ ਬਾਬਾ ਸੁਖਪਾਲ ਸਿੰਘ ਜੀ ਮਹਾਰਾਜ ਜੀਆਂ ਦੇ ਅਸ਼ੀਰਵਾਦ ਸਦਕਾ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਉਦਮ ਉਪਰਾਲਾ ਕੀਤਾ ਹੈ ਸ੍ਰੀ ਮਾਨ ਸੰਤ ਬਾਬਾ ਜੋਗਾ ਸਿੰਘ ਜੀ ਹੁਣਾਂ ਨੇ, ਜੋ ਕਿ ਪਰਮ ਪਿਆਰੇ ਮਹਾਪੁਰਖ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਮਿੱਠੀ ਯਾਦ ਵਿੱਚ, ਸ੍ਰੀ ਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖਾਂ ਦੀ ਯਾਦ ਵਿੱਚ, ਬਾਬਾ ਦਲਾਵਰ ਸਿੰਘ ਜੀ ਮਹਾਂਪੁਰਖਾਂ ਦੀ ਮਿੱਠੀ ਯਾਦ ਵਿੱਚ, ਤਿੰਨਾਂ ਮਹਾਂਪੁਰਖਾਂ ਦੇ ਯਾਦ ਵਿੱਚ ਇਹ ਸਾਲਾਨਾ ਸਮਾਗਮ, ਜਿਨ੍ਹਾਂ ਸਮਾਗਮਾਂ ਵਿੱਚ ਪਿਛਲੇ 4 ਦਿਨਾਂ ਤੋਂ ਆਪ ਜੀ ਨੇ ਬੇਅੰਤ ਗੁਣੀ ਗਿਆਨੀ ਗੁਰੂ ਦੇ ਪਿਆਰੇ ਮਹਾਂਪੁਰਖਾਂ ਤੋਂ ਰਾਗੀਆਂ ਢਾਡੀਆਂ ਤੋਂ ਆਪ ਜੀ ਨੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਆਪ ਜੀ ਨੇ ਬੜੇ ਪ੍ਰੇਮ ਵਿੱਚ ਮਹਾਂਪੁਰਖਾਂ ਦੇ ਬਚਨ ਸੁਣੇ ਆ ਤੇ ਅੱਜ ਇਸ ਪੰਡਾਲ ਦਾ ਆਖਰੀ ਸਮਾਪਤੀ ਦਾ ਸਮਾਗਮ ਹੈ। ਰਾਤ ਵੀ ਮੈਂ ਸੁਣ ਰਿਹਾ ਸੀ ਸ੍ਰੀ ਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਮਹਾਂਪੁਰਖ, ਉਹਨਾਂ ਨੇ ਵੀ ਬਹੁਤ ਕਿਰਪਾ ਕੀਤੀ, ਬਹੁਤ ਨਿਗਾਈ ਵਾਲੇ ਬਚਨ ਸੰਗਤਾਂ ਨਾਲ ਸਾਂਝ ਪਾਏ। ਅੱਜ ਵੀ ਮਹਾਂਪੁਰਖਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਨੇ। ਜਦੋਂ ਤੱਕ ਮਹਾਂਪੁਰਖ ਸਟੇਜ ਤੇ ਆ ਰਹੇ ਨੇ ਉਦੋਂ ਤੱਕ ਹੁਕਮ ਹੋਇਆ ਮਹਾਂਪੁਰਖਾਂ ਦਾ, ਆਪਾਂ ਆਓ ਰਲ ਮਿਲ ਕੇ ਜਿੱਥੋਂ ਵਿਚਾਰ ਚੱਲ ਰਹੀ ਸੀ, ਜੇ ਉਹ ਵਿਚਾਰ ਚੱਲ ਰਹੀ ਸੀ ਉਸੇ ਵਿਚਾਰ ਨੂੰ ਮੈਂ ਅੱਗੇ ਲੈ ਕੇ ਚੱਲਾਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿੰਨੀ ਵੀ ਸੰਗਤ ਆਪ ਜੀ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ, ਆਓ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਬਖਸ਼ੀ ਹੋਈ ਫਤਿਹ ਇੱਕ ਵਾਰੀ ਸਾਰੀ ਸੰਗਤ ਰਸਨਾ ਤੇ ਲਿਆ ਕਰਕੇ ਰਸਨਾ ਪਵਿੱਤਰ ਕਰੋ। ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਦਾਸ ਨੇ ਕੀਰਤਨ ਦੀ ਆਰੰਭਤਾ ਕੀਤੀ ਹੈ, ਜਿਨ੍ਹਾਂ ਨਾ ਵਿਸਰੇ ਨਾਉ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਈਸ਼ਵਰ ਆਪ ਈਸ਼ਰ ਦਾ ਰੂਪ ਹੋ ਕੇ ਉਹ ਭੁੱਲੇ ਭਟਕਿਆਂ ਨੂੰ ਰਾਹੇ ਪਾਉਣ ਆਇਆ। ਭੁੱਲ ਚੁੱਕੇ ਸੀ ਰੱਬ ਦਾ ਰਾਹ ਲੋਕੀ, ਉਹਨਾਂ ਭੁੱਲਿਆਂ ਤਾਈਂ ਸਮਝਾਉਣ ਆਇਆ। ਦੇ ਕੇ ਪਹੁਲ ਖੰਡੇ ਧਾਰ ਵਾਲੀ ਗੁਰੂ ਗੋਬਿੰਦ ਦੇ ਨਾਲ ਮਿਲਾਉਣ ਆਇਆ। ਈਸ਼ਵਰ ਆਪ ਈਸ਼ਰ ਦਾ ਰੂਪ ਹੋ ਕੇ ਭੁੱਲੇ ਭਟਕਿਆਂ ਨੂੰ ਰਾਹੇ ਪਾਉਣ ਆਇਆ। ਇਹ ਮੈਂ ਨਹੀਂ ਕਹਿੰਦਾ, ਸਤਿਗੁਰਾਂ ਦੀ ਬਾਣੀ ਕਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਤ ਮਹਾਂਪੁਰਖ ਦੁਨੀਆ ਤੇ ਕਾਹਦੇ ਲਈ ਆਏ ਨੇ?
ਉਹ ਸੰਤ ਸਾਈਂ ਦੇ ਜੱਗ ਵਿੱਚ ਆਏ। ਕਾਦੇ ਲਈ ਆਏ? ਤਿੰਨਾ ਧਨ ਜਣੇਂਦੀ ਮਾਏ। ਉਹ ਮਾਂ ਧਨ ਜਿਨ੍ਹਾਂ ਉਹਨਾਂ ਨੂੰ ਜਨਮ ਦਿੱਤਾ। ਅੱਜ ਪਿਆਰੇ ਬਾਬਾ ਆਨੰਦ ਸਿੰਘ ਜੀ ਦਾ ਜਨਮ ਦਿਹਾੜਾ ਤੇ ਪਿਆਰਿਓ ਨਾਲ ਦੀ ਨਾਲ ਮੈਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਜੀਵਨ ਵਿੱਚੋਂ ਇੱਕੋ ਬਚਨ ਸਾਂਝ ਪਾ ਕੇ ਮਹਾਂਪੁਰਖਾਂ ਨੂੰ ਸਮਾਂ ਦੇਣਾ। ਪਰ ਮੈਂ ਗੱਲ ਕਰ ਰਿਹਾ ਸੀ ਕਮਾਈ ਵਾਲੇ ਮਹਾਂਪੁਰਖਾਂ ਦਾ ਦੁਨੀਆ ਤੇ ਆਉਣਾ। ਅਸੀਂ ਵੀ ਦੁਨੀਆ ਤੇ ਆਏ ਆ, ਪਰ ਗੁਰਬਾਣੀ ਕਹਿੰਦੀ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵਰਗਿਆਂ ਦਾ ਆਉਣਾ ਧੰਨ ਹੈ। ਤੇ ਬਾਣੀ ਕਹਿੰਦੀ ਹੈ ਸੰਤ ਸਾਈਂ ਦੇ ਜੱਗ ਵਿੱਚ ਆਏ ਤਿੰਨਾ ਧੰਨ ਜਣੇਂਦੀ ਮਾਏ। ਉਹ ਜਿੰਨਾ ਭੁੱਲਾ ਰਾਹ ਰਵਾਨਾ ਤਿੰਨਾ ਮਾਰਗ ਪਾਏ। ਭਾਈ ਜਤਿੰਦਰ ਸਿੰਘ ਮੇਰੇ ਤੋਂ ਪਹਿਲਾਂ ਗੱਲ ਕਰ ਰਹੇ ਸੀ ਸਾਧੂ ਦੇ ਬਚਨ ਦੀ, ਮਹਾਂਪੁਰਖ ਦੀ ਕਮਾਈ ਦੀ। ਜਿਵੇਂ ਬਾਣੀ ਸੱਚੇ ਪਾਤਸ਼ਾਹ ਕਹਿੰਦੇ ਆ ਪ੍ਰਭ ਜੀ ਬਸੈ ਸਾਧ ਕੀ ਰਸਨਾ। ਇਹ ਸੱਚੀ ਗੱਲ ਹੈ। ਕਮਾਈ ਵਾਲੇ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਅਜਾਈ ਨਹੀਂ ਜਾਂਦਾ। ਇੱਕ ਸਾਧ ਬਚਨ ਅਟਲੱਦਾ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਜਿਵੇਂ ਆਪਾਂ ਸੁਣਦੇ ਆ ਇਤਿਹਾਸ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ, ਜਿਹੜਾ ਵੀ ਕੋਈ ਭਾਵਨਾ ਰੱਖ ਕੇ ਗੁਰੂ ਦਰਬਾਰ ਵਿੱਚ ਆ ਗਿਆ ਉਹ ਗੁਰੂ ਦਰਬਾਰ ਚੋਂ ਝੋਲੀਆਂ ਭਰ ਕੇ ਲੈ ਗਿਆ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਤੇ ਪਿਆਰਿਓ ਜਿਵੇਂ ਆਪਾਂ ਜਨਮ ਸਾਖੀਆਂ ਪੜ੍ਹਦੇ ਆ ਇਵੇਂ ਹੀ ਮਹਾਂਪੁਰਖਾਂ ਦਾ ਜੀਵਨ ਪੜ੍ਹ ਕੇ ਵੇਖੋ। ਬਸ ਸਰੀਰ ਦਾ ਹੀ ਫਰਕ ਹੈ, ਹਿਰਦੇ ਵਿੱਚ ਉਹੀ ਗੁਰੂ ਨਾਨਕ ਵਾਲੀ ਕਲਾ ਵਰਤਦੀ ਹੈ। ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਇਹ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕੀਤੇ ਸੀ। ਜਿੱਤੇ ਰੰਧਾਵੇ ਦੇ ਖੂਹ ਤੇ ਗੁਰੂ ਨਾਨਕ ਸਾਹਿਬ ਜੀ ਬੈਠੇ ਸੀ ਤੇ ਜਿੱਤੇ ਰੰਧਾਵੇ ਨੇ ਪੁੱਛਿਆ ਸੀ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਹੋਰ ਵੀ ਕੋਈ ਦੁਨੀਆ ਤੇ ਆਊ? ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਸੀ ਜਿੱਤਿਆ ਇਹ ਤਾਂ ਬਚਨ ਗੁਰੂ ਨਾਨਕ ਜੀ ਦੇ ਅਸੀਂ ਫੇਰ ਵੀ ਆਵਾਂਗੇ। 10 ਜਾਮੇ ਅਸੀਂ ਪ੍ਰਗਟ ਹੋਸੀ 74 ਗੁਪਤ ਰਖਾਵਾਂਗੇ। ਸੱਚੇ ਪਾਤਸ਼ਾਹ ਦਾ ਬਚਨ ਸੀ ਕਿ 10 ਜਾਮੇ ਅਸੀਂ ਗੁਰੂ ਰੂਪ ਵਿੱਚ ਆਉਣਾ ਤੇ 74 ਜਾਮੇ ਅਸੀਂ ਸਾਧੂਆਂ ਦੇ ਰੂਪ ਚ ਆਉਣਾ। ਸਤਿਨਾਮ ਸ੍ਰੀ ਵਾਹਿਗੁਰੂ। ਸੋ ਉਹ ਸੀ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਬਾਬਾ ਆਨੰਦ ਸਿੰਘ ਜੀ ਪਿਆਰੇ, ਹੋਰ ਕਮਾਈਆਂ ਵਾਲੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ। ਹੁਣ ਧਿਆਨ ਦੇ ਕੇ ਸੁਣਿਓ ਜਿਹੜੀ ਮੈਂ ਗੱਲ ਕਰਕੇ ਸਮਾਪਤੀ ਕਰਾਂ ਕਿ ਰੱਬ ਦੇ ਪਿਆਰੇ ਰੱਬ ਵਰਗੇ ਹੀ ਬਣ ਜਾਂਦੇ ਆ। ਜਿਵੇਂ ਗੁਰੂਆਂ ਦਾ ਇਤਿਹਾਸ ਪੜ੍ਹਦੇ ਆ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹਦੇ ਆ, ਉਮਰ ਸੀ ਨਾਨਕ ਸਾਹਿਬ ਜੀ ਦੀ। ਆਪ ਜੀ ਸੁਣ ਰਹੇ ਸੀ ਭਾਈ ਕਮਲੀਏ ਦਾ ਇਤਿਹਾਸ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਮੈਂ ਉਹੀ ਬਚਨ ਨੂੰ ਅੱਗੇ ਲੈ ਕੇ ਚੱਲਾਂ। ਉਹ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹੋ ਉਹਨਾਂ ਦੀ ਰਸਨਾ ਵਿੱਚ ਵੀ ਇੰਨੀ ਤਾਕਤ ਸੀ। ਜਿਵੇਂ ਭਾਈ ਕਮਲੀਏ ਨੇ ਸਾਧ ਸੰਗਤ ਜੀ ਉਮਰ ਬਖਸ਼ੀ। ਈਸ਼ਰ ਸਿੰਘ ਮਹਾਰਾਜ ਦੇ ਦਰ ਤੇ ਵੀ ਕੋਈ ਆ ਗਿਆ ਉਹਦੇ ਵੀ ਲੇਖ ਬਦਲ ਦਿੱਤੇ ਬਾਬਾ ਈਸ਼ਰ ਸਿੰਘ ਨੇ। ਸਤਿਨਾਮ ਸ੍ਰੀ ਵਾਹਿਗੁਰੂ। ਜਿਵੇਂ ਸੁਣਦੇ ਆ ਧੰਨ ਗੁਰੂ ਨਾਨਕ ਸਾਹਿਬ ਦੀ ਉਮਰ 5 ਸਾਲ ਦੀ ਹੋਈ। ਨਨਕਾਣਾ ਸਾਹਿਬ ਦੀ ਧਰਤੀ ਰਾਏ ਭੋਏ ਦੀ ਤਲਵੰਡੀ ਤੇ ਅੱਜ ਗਲੀਆਂ 'ਚ ਖੇਡਦੇ ਖੇਡਦੇ ਅਗੰਮੀ ਤਾਕਤ ਗਲੀਆਂ ਦੇ ਵਿੱਚ ਤੁਰੇ ਜਾਂਦੇ ਨੇ। ਤੇ ਕਿੱਧਰ ਨੂੰ ਜਾਂਦੇ ਨੇ? ਜਿੱਧਰ ਗਰੀਬਾਂ ਦੇ ਘਰ ਨੇ, ਗਰੀਬਾਂ ਦੀਆਂ ਕੁੱਲੀਆਂ ਨੇ। ਤੇ ਪਿਆਰਿਓ ਧੰਨ ਗੁਰੂ ਨਾਨਕ ਸਾਹਿਬ ਜੀ ਗਲੀ ਵਿੱਚ ਤੁਰੇ ਜਾਂਦੇ ਆ ਤੇ ਸੱਚੇ ਪਾਤਸ਼ਾਹ ਮਹਾਰਾਜ ਤੁਰੇ ਜਾਂਦੇ। ਇੱਕ ਮਾਂ ਦੀ ਆਵਾਜ਼ ਕੰਨੀ ਪਈ ਹੈ। ਸਤਿਨਾਮ ਸ੍ਰੀ ਵਾਹਿਗੁਰੂ। ਇਹ ਜਿਹੜੀ ਮੈਂ ਸਾਖੀ ਸੁਣਾ ਰਿਹਾ ਨਾ ਇਹ ਬਚਨ ਬਾਬਾ ਈਸ਼ਰ ਸਿੰਘ ਜੀ ਦੇ ਜੀਵਨ ਨਾਲ ਮੈਂ ਮਨਾਉਣੇ ਆ। ਇਹੀ ਬਚਨ ਕਿਤੇ ਬਾਬਾ ਈਸ਼ਰ ਸਿੰਘ ਜੀ ਨੇ ਕੀਤੇ ਸੀ। ਕਦੋਂ ਕੀਤੇ? ਧਿਆਨ ਦੇ ਕੇ ਸੁਣਿਓ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 5 ਸਾਲ ਦੀ ਉਮਰ ਹੈ। ਨਨਕਾਣਾ ਸਾਹਿਬ ਵਿੱਚ ਬੇਅੰਤ ਕੌਤਕ ਵਰਤਾਏ ਆ ਤੇ ਉਹਨਾਂ ਕੌਤਕਾਂ ਨੂੰ ਵੇਖ ਕੇ ਲੋਕੀ ਕਹਿਣ ਲੱਗ ਪਏ ਸੀ। ਕੋਈ ਕਹਿੰਦਾ ਸੀ ਮਹਿਤਾ ਕਾਲੂ ਦਾ ਪੁੱਤਰ ਸੰਤ ਹੈ, ਕੋਈ ਕੁਝ ਕਹਿੰਦਾ ਸੀ, ਕੋਈ ਕੁਝ ਕਹਿੰਦਾ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਤੁਰੇ ਜਾਂਦੇ ਤੇ ਕੀ ਵੇਖਿਆ? ਇੱਕ ਮਾਂ ਦੀ ਆਵਾਜ਼
ਇੱਕ ਮਾਂ ਹੋਈ ਹੂਕ ਜਿੰਨੇ ਗੁਰੂ ਨਾਨਕ ਦੇ ਕਦਮਾਂ ਨੂੰ ਰੋਕ ਦਿੱਤਾ। ਸਤਿਨਾਮ ਸ੍ਰੀ ਵਾਹਿਗੁਰੂ। ਗਲੀ 'ਚ ਖਲੋ ਕੇ ਮਹਾਰਾਜ ਵੇਖਣ ਲੱਗੇ ਆਵਾਜ਼ ਕਿੱਥੋਂ ਆਈ ਹੈ। ਉਹ ਪਿਆਰਿਓ, ਉਹ ਨੌਜਵਾਨੋ, ਤੁਹਾਡੇ ਚਰਨਾਂ 'ਚ ਬੇਨਤੀਆਂ ਕਰੀਦੀਆਂ। ਉਹ ਮਾਵਾਂ ਨੂੰ ਤੰਗ ਨਾ ਕਰਿਆ ਕਰੋ। ਮਾਂ ਦੇ ਅੰਦਰ ਦੀ ਨਿਕਲੀ ਹੋਈ ਅਸੀਸ ਇਹ ਤਕਦੀਰ ਬਦਲ ਜਾਂਦੀ ਓ। ਮਾਂ ਦੇ ਅੰਦਰ ਦੀ ਨਿਕਲੀ ਹੋਈ ਹੂਕ ਇਹ ਰੱਬ ਨੂੰ ਵੀ ਖਿੱਚ ਲਿਆਉਂਦੀ ਓ। ਸਤਿਨਾਮ ਸ੍ਰੀ ਵਾਹਿਗੁਰੂ। ਆ ਸੁਣਿਓ, ਜਦੋਂ ਉਹ ਮਾਂ ਦੀ ਆਵਾਜ਼ ਕੰਨੀ ਪਈ ਨਾ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੇਖਣ ਲੱਗੇ ਉਸ ਘਰ ਵੱਲ। ਉਹ ਆਵਾਜ਼ ਕੀ ਸੀ? ਉਹ ਆਵਾਜ਼ ਸੀ, ਉਹ ਮਰ ਜਾਣਿਆ ਜਾਗਦਾ ਕਿ ਸੌਂ ਗਿਆ। ਸਤਿਨਾਮ ਸ੍ਰੀ ਵਾਹਿਗੁਰੂ। ਤੁਸੀਂ ਕਹੋਗੇ ਵੀ ਇਸ ਆਵਾਜ਼ ਵਿੱਚ ਕੀ ਦਰਦ ਹੈ, ਇਸ ਆਵਾਜ਼ ਵਿੱਚ ਕੀ ਹੂਕ ਹੈ, ਪਰ ਇਹ ਤੇ ਕੋਈ ਪੁੱਛ ਕੇ ਵੇਖੇ ਉਸ ਮਾਂ ਨੂੰ ਜਿਸ ਮਾਂ ਦੀ ਆਵਾਜ਼ ਸੀ। ਉਸ ਮਾਂ ਦਾ ਨਾਂ ਸੀ ਬੀਬੀ ਲੱਖੋ। ਆਵਾਜ਼ ਕਿਉਂ ਦਿੰਦੀ ਸੀ? ਸੁਣਿਓ, ਉਹ ਆਵਾਜ਼ ਕਿਉਂ ਦਿੰਦੀ ਸੀ? ਕਿਉਂਕਿ ਉਸ ਮਾਂ ਦਾ ਪੁੱਤਰ ਬਿਮਾਰ ਪਿਆ ਸੀ। ਸਤਿਨਾਮ ਸ੍ਰੀ ਵਾਹਿਗੁਰੂ। ਉਮਰ ਵਿੱਚ ਗੁਰੂ ਨਾਨਕ ਤੋਂ 10 ਸਾਲ ਵੱਡਾ ਸੀ ਉਹਦਾ ਪੁੱਤ। ਮੰਜੇ ਤੇ ਪਿਆ, ਕੋਈ ਸਾਹ ਆਉਂਦਾ ਤੇ ਮਾਂ ਨਾਲੇ ਕੰਮਕਾਰ ਕਰਦੀ ਆ ਨਾਲੇ ਆਵਾਜ਼ ਦਿੰਦੀ ਆ, ਮਰ ਜਾਣਿਆ ਜਾਗਦਾ ਕਿ ਸੌਂ ਗਿਆ। ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਆਵਾਜ਼ ਸੁਣ ਕੇ ਅੰਦਰ ਚਲੇ ਗਏ। ਜਦੋਂ ਮਾਂ ਨੇ ਤੀਜੀ ਵਾਰ ਆਵਾਜ਼ ਦਿੱਤੀ, ਮਰ ਜਾਣਿਆ ਜਾਗਦਾ ਕਿ ਸੌਂ ਗਿਆ, ਤੇ ਅੱਗੋਂ ਮੇਰੇ ਗੁਰੂ ਨਾਨਕ ਨੇ ਆਵਾਜ਼ ਦਿੱਤੀ, ਮਾਂ ਜਦੋਂ ਮੇਰੇ ਗੁਰੂ ਨਾਨਕ ਨੇ ਆਵਾਜ਼ ਦਿੱਤੀ, ਉਸ ਮਾਂ ਨੇ ਘੁੰਮ ਕੇ ਵੇਖਿਆ ਮੇਰਾ ਪੁੱਤ ਬੋਲ ਪਿਆ। ਆਵਾਜ਼ ਕਿੱਥੋਂ ਆਈ ਹੈ? ਤੇ ਜਿਸ ਵੇਲੇ ਮੁੜ ਕੇ ਵੇਖਿਆ, ਰੱਬ ਨਾ ਭੁਲਾਵੇ ਇਹ ਤੇ ਮਹਿਤੇ ਕਾਲੂ ਦਾ ਪੁੱਤਰ ਨਾਨਕ ਆ। ਸਤਿਨਾਮ ਸ੍ਰੀ ਵਾਹਿਗੁਰੂ। ਇੱਕਦਮ ਭੱਜ ਕੇ ਕੋਲ ਆ ਗਈ, ਨਾਨਕ ਜੀ ਆਇਆਂ ਨੂੰ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਮਾਤਾ ਤੇਰੀ ਆਵਾਜ਼ ਵਿੱਚ ਬੜਾ ਦਰਦ, ਤੇਰੀ ਆਵਾਜ਼ ਮੈਨੂੰ ਖਿੱਚ ਲਿਆਈ ਆ। ਮਾਂ ਤੂੰ ਆਪਣੇ ਪੁੱਤ ਨੂੰ ਮਰ ਜਾਣਾ ਕਿਉਂ ਕਹਿੰਦੀ ਹੈ? ਸਤਿਨਾਮ ਸ੍ਰੀ ਵਾਹਿਗੁਰੂ। ਤੂੰ ਆਪਣੇ ਪੁੱਤ ਨੂੰ ਮਰ ਜਾਣਾ ਕਿਉਂ ਆਖਦੀ ਹੈ? ਕੋਈ ਮਾਂ ਆਪਣੇ ਪੁੱਤ ਨੂੰ ਮਰ ਜਾਣਾ ਨਹੀਂ ਕਹਿੰਦੀ। ਤੇ ਉਸ ਵੇਲੇ ਉਸ ਮਾਂ ਨੇ ਨਿੱਕੇ ਨਿੱਕੇ ਚਰਨ ਫੜ ਕੇ ਗੁਰੂ ਨਾਨਕ ਦੇ ਕਿਹਾ, ਨਾਨਕ ਉਮਰ ਤੇਰੀ ਮੇਰੇ ਪੁੱਤਾਂ ਵਰਗੀ ਆ, ਪਰ ਮੈਂ ਤੈਨੂੰ ਪੁੱਤ ਜਾਣ ਕੇ ਨਹੀਂ ਰੱਬ ਜਾਣ ਕੇ ਕਹਿੰਦੀ ਆ। ਜੇ ਆਇਆ ਤੇ ਹੁਣ ਮੇਰਾ ਦੁੱਖ ਵੀ ਸੁਣ। ਸਤਿਨਾਮ ਸ੍ਰੀ ਵਾਹਿਗੁਰੂ। ਮੇਰਾ ਦੁੱਖ ਵੀ ਸੁਣ। ਕਹਿੰਦੇ ਬਾਬਾ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਿੱਥੇ ਲੈ ਗਈ? ਜਿੱਥੇ ਉਹਦਾ ਪੁੱਤ ਲੰਮੇ ਪਿਆ ਸੀ, ਕੋਈ ਸਾਹ ਲੈਂਦਾ। ਮਾਂ ਦੀਆਂ ਭੁੱਬਾਂ ਨਿਕਲ ਗਈਆਂ। ਗੁਰੂ ਨਾਨਕ ਸਾਹਿਬ ਕਹਿੰਦੇ, ਮਾਤਾ ਤੂੰ ਰੋਨੀ ਕਿਉਂ ਹੈ? ਤੇ ਉਸ ਮਾਂ ਨੇ ਕਿਹਾ, ਨਾਨਕ ਮੈਂ ਰੋਨੀ ਆਪਣੇ ਕਰਮਾਂ ਨੂੰ, ਰੋਨੀ ਆਪਣੇ ਕਰਮਾਂ ਨੂੰ, ਮੈਂ ਰੋਨੀ ਆਪਣੇ ਕਰਮਾਂ ਨੂੰ, ਰੋਨੀ ਆਪਣੇ ਕਰਮਾਂ, ਮੈਂ ਰੋਨੀ ਆਪਣੇ ਕਰਮਾਂ ਨੂੰ, ਰੋਨੀ ਆਪਣੇ ਕਰਮਾਂ। ਮੇਰਾ ਪੁੱਤ ਨਾ ਬੁਲਾਇਆ ਬੋਲੇ, ਪੁੱਤ ਨਾ ਬੁਲਾਇਆ ਬੋਲੇ, ਰੋਨੀ ਆਪਣੇ ਕਰਮਾਂ ਨੂੰ, ਰੋਨੀ ਆਪਣੇ ਕਰਮਾਂ ਨੂੰ। ਮੇਰਾ ਪੁੱਤ ਨਾ ਬੁਲਾਇਆ ਬੋਲੇ, ਮੈਂ ਰੋਨੀ ਆਪਣੇ ਕਰਮਾਂ ਨੂੰ, ਰੋਨੀ ਆਪਣੇ ਕਰਮਾਂ। ਮੇਰਾ ਪੁੱਤ ਨਾ ਬੁਲਾਇਆ ਬੋਲੇ, ਮੈਂ ਰੋਨੀ ਆਪਣੇ ਕਰਮਾਂ ਨੂੰ, ਰੋਨੀ ਆਪਣੇ ਕਰਮਾਂ। ਮੇਰਾ ਪੁੱਤ ਨਾ ਬੁਲਾਇਆ ਬੋਲੇ, ਪੁੱਤ ਨਾ ਬੁਲਾਇਆ ਬੋਲੇ, ਰੋਨੀ ਆਪਣੇ ਕਰਮਾਂ ਨੂੰ, ਰੋਨੀ ਆਪਣੇ ਕਰਮਾਂ ਨੂੰ। ਮੇਰਾ ਪੁੱਤ ਨਾ ਬੁਲਾਇਆ ਬੋਲੇ, ਮੈਂ ਰੋਨੀ ਆਪਣੇ ਕਰਮਾਂ ਨੂੰ, ਰੋਨੀ ਆਪਣੇ ਕਰਮਾਂ। ਮੇਰਾ ਪੁੱਤ ਨਾ ਬੁਲਾਇਆ ਬੋਲੇ,
ਆਜ਼ਾਦ ਸਾਧੂ ਦੇ ਬਚਨ ਦੀ ਤੇ ਮੈਂ ਉਹ ਸੁਮੇਲ ਕਰਾ ਰਿਹਾ ਵੀ ਜਿਵੇਂ ਗੁਰੂ ਨਾਨਕ ਦਾ ਇਤਿਹਾਸ ਪੜ੍ਹਦੇ ਆ, 10 ਗੁਰੂਆਂ ਦਾ ਪੜ੍ਹਦੇ, ਐਵੇਂ ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ, ਬਾਬਾ ਜਵਾਲਾ ਸਿੰਘ ਮਹਾਰਾਜ ਦਾ ਇਤਿਹਾਸ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉਹ ਮਾਂ ਕਹਿੰਦੀ, ਨਾਨਕ ਮੈਂ ਕਿਉਂ ਰੋਂਦੀ ਆ? ਜੇ ਪੁੱਛਿਆ ਤੇ ਮੇਰਾ ਦੁੱਖ ਵੀ ਸੁਣ। ਨਾਨਕੇ ਨਹੀਂ ਵੀ ਰੱਬ ਨੇ ਮੈਨੂੰ ਪੁੱਤ ਨਹੀਂ ਦਿੱਤੇ, ਇਹਦੇ ਤੋਂ ਪਹਿਲਾਂ ਵੀ ਮੇਰੇ ਘਰ ਪੁੱਤ ਹੋਏ ਆ, ਪਰ ਨਾਨਕ ਇਹ ਸੋਕੇ ਦੀ ਬਿਮਾਰੀ ਚੰਦਰੀ ਮੇਰੇ ਪੁੱਤਾਂ ਨੂੰ ਸੋਕੇ ਦੀ ਬਿਮਾਰੀ ਲੈ ਜਾਂਦੀ ਹੈ। ਤੇ ਨਾਨਕ ਉਹ ਪੁੱਤ ਤੇ ਇੱਕ ਨਹੀਂ ਮਰਿਆ ਭੁੱਲਦਾ, ਮੈਂ ਤੇ ਏਦਾਂ ਦੇ ਕਈ ਹੱਥੀ ਤੋਰ ਲਿਆ ਖਤਨਾਮ ਸਰੇ ਵਾਹਿਗੁਰੂ। ਮਾਤਾ ਫਿਰ ਇਹਦਾ ਨਾਮ ਮਰ ਜਾਣਾ ਕਿਉਂ ਰੱਖਿਆ? ਕਹਿੰਦੇ ਇਸੇ ਕਰਕੇ ਨਾਮ ਮਰ ਜਾਣਾ ਰੱਖ ਦਿੱਤਾ ਕਿ ਆਪਣੇ ਮਨ ਨੂੰ ਸਮਝਾਵਾਂ, ਪਹਿਲਾਂ ਇੰਨੇ ਤੋਰ ਲਿਆ, ਇਹਦਾ ਮੈਂ ਨਾ ਹੀ ਮਰ ਜਾਣਾ ਪਾਤਾ, ਇਸੇ ਕਰਕੇ ਨਾ ਪਾਤਾ। ਕਈ ਮਰ ਗਏ ਇਹਨੇ ਵੀ ਮਰ ਜਾਣਾ। ਮੈਨੂੰ ਪਤਾ ਇਸ ਮੇਰੀ ਗੋਦ ਵਿੱਚੋਂ ਕਿੰਨੇ ਪੁੱਤ ਮੌਤ ਖੋ ਕੇ ਲੈ ਗਈ ਆ। ਆਹ ਪੁੱਤ ਹੋਇਆ, ਇਹਨੂੰ ਵੀ ਬਿਮਾਰੀ ਨੇ ਘੇਰ ਲਿਆ, ਇਹਦੇ ਵੀ ਬਰੂਹਾਂ ਤੇ ਮੌਤ ਆ ਕੇ ਬਹਿ ਗਈ ਹੈ, ਇਹਦੇ ਵੀ ਬਰੂਹਾਂ ਤੇ ਮੌਤ ਆ ਕੇ ਬਹਿ ਗਈ ਹੈ। ਤੇ ਇਸੇ ਕਰਕੇ ਇਹਦਾ ਨਾਮ ਹੈ ਮਰ ਜਾਣਾ ਰੱਖ ਦਿੱਤਾ। ਕਿਉਂ? ਕਈ ਮਰ ਗਏ ਇਹਨੇ ਵੀ ਮਰ ਜਾਣਾ। ਮੈਂ ਮਨ ਸਮਝਾਵਾਂ ਆਪਣਾ, ਮਰ ਗਏ ਇਹਨੇ ਵੀ ਮਰ ਜਾਣਾ, ਮਨ ਸਮਝਾਵਾਂ ਆਪਣਾ। ਕਈ ਮਰ ਕੇ ਨੇ ਵੀ ਮਰ ਜਾਣਾ, ਮਨ ਸਮਝਾਵਾ ਆਪਣਾ। ਕਈ ਮਰ ਕੇ ਨੇ ਵੀ ਮਰ ਜਾਣਾ, ਮਨ ਸਮਝਾਵਾ ਆਪਣਾ। ਕਈ ਮਰ ਕੇ ਨੇ ਵੀ ਮਰ ਜਾਣਾ, ਮਨ ਸਮਝਾਵਾ ਆਪਣਾ। ਕਈ ਮਰ ਕੇ ਨੇ ਵੀ ਮਰ ਜਾਣਾ, ਮੈਂ ਮਨ ਸਮਝਾਵਾ ਆਪਣਾ। ਵੇ ਨਾਨਕਾ ਮਨ ਸਮਝਾਵਾ ਆਪਣਾ, ਨਾਨਕਾ ਮਨ ਸਮਝਾਵਾ ਆਪਣਾ। ਨਾਨਕਾ ਮਨ ਸਮਝਾਵਾ ਆਪਣਾ। ਨਾਨਕ ਇਹਦਾ ਨਾਮ ਬਦਲ ਦੇ, ਇਹਦਾ ਨਾਮ ਬਦਲ ਦੇ। ਨਾਨਕਾ ਤੂੰ ਹੀ ਦੱਸ ਕੀ ਨਾਂ ਰੱਖਾਂ, ਕੀ ਨਾਂ ਰੱਖਾਂ? ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਪਹਿਲਾਂ ਕੀ ਕਹਿੰਦੀ ਸੀ? ਮਰ ਜਾਣਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਮਾਤਾ ਅਸੀਂ ਤੈਨੂੰ ਕਹਿੰਦੇ ਇਹਦਾ ਨਾਂ ਉਲਟ ਕਰ ਦੇ। ਤੂੰ ਕਹਿੰਦੀ ਸੀ ਮਰ ਜਾਣਾ, ਤੇ ਅਸੀਂ ਤੈਨੂੰ ਕਹਿੰਦੇ ਅੱਜ ਤੋਂ ਇਹਦਾ ਨਾਂ ਰੱਖ ਦੇ ਨਾਮ ਮਰਦਾਨਾ। ਮਾਤਾ ਹੁਣ ਨਹੀਂ, ਮਾਤਾ ਹੁਣ ਨਹੀਂ ਉਹ ਮਰਦਾ। ਨਾਮ ਮਰਦਾਨਾ, ਮਾਤਾ ਹੁਣ ਨਹੀਂ ਉਹ ਮਰਦਾ। ਨਾਮ ਮਰਦਾਨਾ, ਮਾਤਾ ਹੁਣ ਨਹੀਂ ਉਹ ਮਰਦਾ। ਨਾਮ ਮਰਦਾਨਾ, ਮਾਤਾ ਹੁਣ ਨਹੀਂ ਉਹ ਮਰਦਾ। ਨਾਮ ਮਰਦਾ, ਨਾਮ ਮਰਦਾਨਾ, ਮਾਤਾ ਹੁਣ ਨਹੀਂ ਉਹ ਮਰ। ਨਾਮ ਮਰਦਾਨਾ, ਮਾਤਾ ਹੁਣ ਨਹੀਂ ਉਹ ਮਰਦਾ। ਨਾਮ ਮਰਦਾਨਾ, ਮਾਤਾ ਮਰਦਾ। ਨਾਮ ਮਰਦਾਨਾ, ਮਾਤਾ ਹੁਣ ਨਹੀਂ ਉਹ ਮਰਦਾ। ਨਾਮ ਮਰਦਾਨਾ, ਮਾਤਾ ਹੁਣ ਨਹੀਂ ਉਹ ਮਰਦਾ। ਦਾਨਾ। ਤੇ ਧੰਨ ਬਾਬਾ ਆਨੰਦ ਸਿੰਘ ਜੀ ਕਈ ਵਾਰੀ ਆਪਣੀ ਮੌਜ ਵਿੱਚ ਆਉਣਾ, ਇਹ ਪ੍ਰਸੰਗ ਫਿਰ ਸੰਤ ਸੁਜਾਨ ਸਿੰਘ ਜੀ ਤੋਂ ਸੁਣਿਆ ਕਰਦੇ। ਅੱਜ ਵੀ ਉਹਨਾਂ ਦਾ ਰਿਕਾਰਡ ਹੈ ਇਹ ਪ੍ਰਸੰਗ। ਪਰ ਸੁਣਿਓ, ਮੈਂ ਗੱਲ ਕਰ ਰਿਹਾ ਸੀ ਵੀ ਰੱਬ ਵਰਗੇ ਸਾਧੂ ਹੋ ਜਾਂਦੇ ਆ। ਰੱਬ ਵਿੱਚ ਤੇ ਮਹਾਂਪੁਰਖਾਂ 'ਚ ਕੋਈ ਫਰਕ ਨਹੀਂ। ਜਿਵੇਂ ਆਪਾਂ ਗੁਰੂ ਨਾਨਕ ਦਾ ਇਤਿਹਾਸ ਪੜ੍ਹਦੇ ਆ ਕਿ ਗੁਰੂ ਨਾਨਕ ਨੇ ਮਰਦਾਨੇ ਨੂੰ ਜੀਵਨ ਦਾਨ ਦਿੱਤਾ। ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦਾ ਬਚਨ। ਆ ਤੁਹਾਡੇ ਲਾਗੇ ਨਸਰਾਲਾ, ਇੱਥੇ ਦਾ ਭਾਈ ਚੰਨਣ ਸਿੰਘ ਇੰਗਲੈਂਡ ਰਹਿੰਦਾ ਸੀ। ਇੰਗਲੈਂਡ
ਸਮਾਂ ਥੋੜਾ ਮੈਂ ਸੰਖੇਪ ਚ ਬੇਨਤੀ ਕਰਾਂ। ਇੰਗਲੈਂਡ ਰਹਿੰਦਾ ਸੀ ਤੇ ਸਾਧ ਸੰਗਤ ਜਹਾਜ਼ਾਂ ਦੇ ਟਾਇਰਾਂ ਨੂੰ ਰਬੜ ਚੜਾਉਣ ਦਾ ਕਾਰੋਬਾਰ ਸੀ ਇਹਦਾ। ਇਹਦੇ ਤੇ ਪੈ ਗਿਆ ਕੇਸ। ਜਦੋਂ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਇੰਗਲੈਂਡ ਗਏ, ਚੰਨਣ ਸਿੰਘ ਨੇ ਦਰਸ਼ਨ ਕੀਤੇ, ਭੁੱਬਾਂ ਮਾਰ ਕੇ ਰੋ ਪਿਆ, ਕਹਿੰਦਾ ਮਹਾਰਾਜ ਪ੍ਰਦੇਸਾਂ ਵਿੱਚ ਸਾਡੀ ਕੋਈ ਬਾਹ ਨਹੀਂ ਫੜਦਾ, ਮਹਾਰਾਜ ਕਿਰਪਾ ਕਰੋ। ਧੰਨ ਬਾਬਾ ਈਸ਼ਰ ਸਿੰਘ ਕਹਿੰਦੇ ਕੀ ਹੋਇਆ? ਕਹਿੰਦੇ ਮਹਾਰਾਜ ਕੇਸ ਪੈ ਗਿਆ ਇਨਕਮ ਟੈਕਸ ਦਾ, ਮਹਾਰਾਜ ਮੇਰੇ ਤੇ ਕੇਸ ਪੈ ਗਿਆ, ਕਿਰਪਾ ਕਰੋ। ਬਾਬਾ ਈਸ਼ਰ ਸਿੰਘ ਮਹਾਰਾਜ ਜਿਵੇਂ ਗੁਰੂ ਨਾਨਕ ਨੇ ਕਿਹਾ ਸੀ, ਭੂਮੀਆਂ ਝੂਠ ਨਾ ਬੋਲੀ। ਬਾਬਾ ਈਸ਼ਰ ਸਿੰਘ ਜੀ ਚੰਨਣ ਸਿੰਘ ਨੂੰ ਕਹਿੰਦੇ ਆ ਤੁਹਾਡੇ ਨਸਰਾਲਾ ਪਿੰਡ ਦੇ, ਕਹਿੰਦੇ ਉਹ ਚੰਨਣ ਸਿੰਘ ਝੂਠ ਨਾ ਬੋਲੀ, ਸੱਚ ਬੋਲਣਾ। ਜੇ ਸੱਚ ਬੋਲੇਗਾ, ਉਹ ਸੱਚ ਬੋਲਣਾ ਧਰਮ ਨਹੀਂ ਛੱਡਣਾ। ਬਾਬਾ ਈਸ਼ਰ ਸਿੰਘ ਆਖਦੇ ਬੋਲਣਾ ਧਰਮ ਨਹੀਂ ਛੱਡਣਾ। ਬਾਬਾ ਈਸ਼ਰ ਸਿੰਘ ਆਖਦੇ ਸੱਚ ਬੋਲਣਾ ਧਰਮ ਨਹੀਂ ਛੱਡਣਾ। ਬਾਬਾ ਈਸ਼ਰ ਸਿੰਘ ਆਖਦੇ ਸੱਚ ਬੋਲਣਾ ਧਰਮ ਨਹੀਂ ਛੱਡਣਾ। ਬਾਬਾ ਈਸ਼ਰ ਸਿੰਘ ਆਖਦੇ ਸੱਚ ਬੋਲਣਾ ਧਰਮ ਨਹੀਂ ਛੱਡਣਾ। ਬਾਬਾ ਈਸ਼ਰ ਸਿੰਘ ਆਖਦੇ ਸੱਚ ਬੋਲਣਾ ਧਰਮ ਨਹੀਂ ਛੱਡਣਾ। ਬਾਬਾ ਈਸ਼ਰ ਸਿੰਘ ਆਖਦੇ। ਆਓ ਸਮਾਂ ਮਹਾਂਪੁਰਖਾਂ ਦਾ। ਬਾਬਾ ਈਸ਼ਰ ਸਿੰਘ ਕਹਿੰਦੇ ਸੱਚ ਬੋਲਣਾ ਧਰਮ ਨਹੀਂ ਛੱਡਣਾ। ਬਾਬਾ ਈਸ਼ਰ ਸਿੰਘ ਆਖਦੇ ਤੇਰੇ ਨਾਲ ਖੜੂ ਪਰਮਾਤਮਾ। ਸਮਾਂ ਥੋੜਾ ਹੁਣ ਕਰਕੇ ਮੈਂ ਧਾਰਨਾ ਨਹੀਂ ਪੂਰੀ ਪੜੀ। ਤੇਰੇ ਨਾਲ ਖੜੂ ਪਰਮਾਤਮਾ ਬਾਬਾ ਈਸ਼ਰ ਸਿੰਘ ਆਖਦੇ। ਕਹਿੰਦੇ ਸੱਚ ਬੋਲਦੀ ਤੇ ਸੱਚ ਜਾਣਿਓ। ਚੰਨਣ ਸਿੰਘ ਨੇ ਜਾ ਕੇ ਅਫਸਰ ਦੇ ਸਾਹਮਣੇ ਸੱਚ ਬੋਲਿਆ। ਬਾਬਾ ਈਸ਼ਰ ਸਿੰਘ ਜੀ ਦਾ ਬਚਨ ਕੰਮ ਆਇਆ ਤੇ ਸਾਧ ਸੰਗਤ ਉਸ ਕੇਸ ਵਿੱਚੋਂ ਵੀ ਬਰੀ ਹੋਇਆ। ਬਚਨ ਦੀ ਗੱਲ ਮੈਂ ਗੱਲ ਕਰਾਂ ਵੀ ਜਿਵੇਂ ਉਮਰਾਂ ਵਧਾਈਆਂ। ਸਾਧ ਸੰਗ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਬੈਠੇ ਸੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਇੱਕ ਮਾਂ ਨੇ 1.25 ਮਹੀਨੇ ਦਾ ਪੁੱਤ ਚੁੱਕ ਕੇ ਲਿਆਂਦਾ। ਜਿਹੜੀ ਮੈਂ ਸਾਖੀ ਸੁਣਾਈ ਉਹ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ, ਮਰਦਾਨੇ ਦਾ ਜ਼ਿਕਰ ਕੀਤਾ। ਜਦੋਂ 1.25 ਮਹੀਨੇ ਦਾ ਬੱਚਾ ਚੁੱਕ ਕੇ ਮਾਂ ਲਿਆਈ ਮਾਤਾ ਸਰਜੀਤ ਕੌਰ ਤੇ ਮਹਾਰਾਜ ਦੇ ਚਰਨਾਂ 'ਚ ਰੱਖ ਦਿੱਤਾ। ਬਾਬਾ ਈਸ਼ਰ ਸਿੰਘ ਦੇ ਰੱਖ ਲਓ, ਚਾਹੇ ਮਾਰ ਦਿਓ, ਇਹ ਮੈਂ ਅੱਜ ਤੋਂ ਤੁਹਾਡੇ ਚਰਨਾਂ 'ਚ ਭੇਟ ਕਰ ਦਿੱਤਾ। ਖਤਨਾਮ ਸ੍ਰੀ ਅੱਖੋਂ ਵਾਂਗੂ ਅਥਰੂ ਆ ਗਏ। ਕਹਿੰਦੇ ਬਾਬਾ ਜੀ ਪੁੱਤ ਪਹਿਲਾਂ ਵੀ ਹੋਏ ਆ ਪਰ ਬਿਮਾਰੀ ਲੈ ਜਾਂਦੀ ਆ, ਇਹ ਜੰਮਿਆ ਤੇ ਮੇਰੇ ਮਨ ਵਿੱਚ ਡਰ ਹੈ ਮਰ ਇਹਨੇ ਵੀ ਜਾਣਾ। ਤੁਸੀਂ ਕਿਰਪਾ ਕਰੋ, ਕਿਰਪਾ ਕਰੋ, ਅਰਦਾਸ ਕਰੋ। ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਆਹ ਬਚਨ ਸੁਣਾਇਆ। ਕਹਿੰਦੇ ਬੀਬਾ ਇਹ ਘਰ ਹੈ ਧੰਨ ਗੁਰੂ ਨਾਨਕ ਦਾ, ਘਰ ਹੈ ਧੰਨ ਗੁਰੂ ਨਾਨਕ ਦਾ, ਘਰ ਹੈ ਧੰਨ ਗੁਰੂ ਨਾਨਕ ਦਾ, ਘਰ ਹੈ ਧੰਨ ਗੁਰੂ ਨਾਨਕ ਦਾ। ਇਹ ਘਰ ਹੈ ਧੰਨ ਗੁਰੂ ਨਾਨਕ ਦਾ, ਧੰਨ ਗੁਰੂ ਨਾਨਕ ਦਾ। ਇੱਕ ਲੇਖ ਬਦਲਦੇ ਜਾਂਦੇ, ਇੱਕ ਲੇਖ ਬਦਲਨੇ ਜਾਂਦੇ। ਘਰ ਹੈ ਧੰਨ ਗੁਰੂ ਨਾਨਕ ਦਾ, ਘਰ ਹੈ ਧੰਨ ਗੁਰੂ ਨਾਨਕ ਦਾ। ਇੱਥੇ ਲੇਖ ਬਦਲਦੇ ਜਾਂਦੇ, ਘਰ ਹੈ ਧੰਨ ਗੁਰੂ ਨਾਨਕ। ਇੱਥੇ ਲੇਖ ਬਦਲਦੇ ਜਾਂਦੇ, ਘਰ ਹੈ ਧੰਨ ਗੁਰੂ ਨਾਨਕ ਦਾ, ਘਰ ਹੈ ਧੰਨ ਗੁਰੂ ਨਾਨਕ ਦਾ। ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਲੱਗੇ ਕਹਿਣ, ਕਹਿੰਦੇ ਬੀਬੀ ਇਹ ਉਹ ਗੁਰੂ ਦਾ ਘਰ ਹੈ ਜਿਨਨੇ ਮਰ ਜਾਣੇ ਤੋਂ ਮਰਦਾਨਾ ਬਣਾਇਆ ਸੀ। ਖਤਨਾਮ ਸ੍ਰੀ ਵਾਹਿਗੁਰੂ। ਭਾਵ ਕੀ ਮੈਂ ਗੱਲ ਕੀਤੀ ਸੀ, ਹਰ ਕੇ ਸੇਵਕ ਹਰ ਹੀ ਜਿਹਾ, ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ। ਸਟੇਜ ਤੇ ਮਹਾਂਪੁਰਖ ਬੈਠੇ ਆ, ਕਿਹਦਾ ਕਿਹਦਾ ਜ਼ਿਕਰ ਕਰੀਏ। ਸੰਤ ਬਾਬਾ ਜਵਾਲਾ ਸਿੰਘ ਪੜ੍ਹ ਕੇ ਵੇਖੋ, ਸੰਤ ਬਾਬਾ ਬਲਵੰਤ ਸਿੰਘ ਜੀ ਟਾਂਡੇ ਵਾਲਿਆਂ ਦਾ ਜੀਵਨ ਪੜ੍ਹ ਕੇ ਵੇਖੋ, ਗੁਰਮਖੋ ਸੰਤ ਬਾਬਾ ਦਲੇਰ ਸਿੰਘ ਜੀ ਦਾ ਜੀਵਨ ਪੜ੍ਹ ਕੇ ਵੇਖੋ। ਧੰਨ ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ, ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ। ਸੰਤ ਬਾਬਾ ਅਮਰੀਕ ਸਿੰਘ ਜੀ ਪੜਾਉਣ ਵਾਲੇ ਬੈਠੇ ਆ। ਗੁਰਮਖੋ ਜਿਵੇਂ ਬਾਬਾ ਈਸ਼ਰ ਸਿੰਘ ਜੀ ਨੇ ਕਿਹਾ, ਕਹਿਣ ਲੱਗੇ ਇਹ ਗੁਰੂ ਨਾਨਕ ਦਾ ਘਰ ਆ, ਇੱਥੇ ਮਰ ਜਾਣੇ ਤੋਂ ਮਰਦਾਨੇ ਬਣਦੇ ਆ। ਇਹ ਤੇ ਸਾਡਾ ਬਾਬਾ ਹੈ।
ਬਾਬਾ ਈਸ਼ਰ ਸਿੰਘ ਨੇ ਨਾਂ ਰੱਖਿਆ ਬਾਬਾ ਗੁਰਿੰਦਰ। ਤੇ ਉਹ ਐਸੀ ਕਿਰਪਾ ਹੋਈ, ਲੋਕ ਕਹਿੰਦੇ ਸੀ ਪੁੱਤ ਇਹਦਾ ਮਰ ਜਾਣਾ, ਬਾਬਾ ਜੀ ਕਹਿੰਦੇ ਇਹਨੂੰ ਘਰ ਲੈ ਜਾ ਪੜ੍ਹਾ। 10ਵੀਂ ਜਮਾਤ ਕਰਾ ਕੇ ਫਿਰ ਭੇਟ ਕੀਤਾ ਰਾੜਾ ਸਾਹਿਬ। ਸਾਰੀ ਜ਼ਿੰਦਗੀ ਰਾੜਾ ਸਾਹਿਬ ਉਹਨੇ ਸੇਵਾ ਕੀਤੀ। ਫਿਰ ਕਹਿਣਾ ਪਏਗਾ ਨਾ ਤਕਦੀਰ ਬਦਲ ਜਾਂਦੀ ਇੱਥੇ ਖਤਨਾਮ ਸ੍ਰੀ ਵਾਹਿਗੁਰੂ। ਧੰਨ ਬਾਬਾ ਆਨੰਦ ਸਿੰਘ ਜੀ, ਉਹਨਾਂ ਦੇ ਹਜ਼ੂਰੀ ਰਾਗੀ ਸੀ ਬਾਬਾ ਕੇਰ ਸਿੰਘ। ਐਸਾ ਤਬਲਾ ਵਜਾਉਂਦੇ ਸੀ, ਹਾਥੀ ਨੱਚਣ ਲਾ ਦਿੰਦੇ ਸੀ, ਐਸਾ ਤਬਲਾ ਵਜਾਉਂਦੇ ਸੀ, ਬੜਾ ਸੋਹਣਾ ਤਬਲਾ ਵਜਾਉਂਦੇ ਸੀ ਉਹ। ਤੇ ਕਿਉਂਕਿ ਨਗਰ ਹੈ ਨਾਨਕਸਰ ਦੇ ਨਾਲ, ਉੱਥੇ ਇੱਕ ਭੰਗਵੇਂ ਕੱਪੜਿਆਂ ਵਾਲਾ ਸੰਤ ਰਹਿੰਦਾ ਸੀ। ਤੇ ਉੱਥੇ ਕੀਰਤਨ ਕਰਨ ਗਏ, ਜਦੋਂ ਤਬਲਾ ਵਜਾਇਆ ਨਾ ਕਰਕੇ ਤੇ ਸੰਤਾਂ ਦੀ ਨਿਗਾਹ ਪੈ ਗਈ। ਸੰਤ ਸਿਰ ਫੜ ਕੇ ਬਹਿ ਗਏ, ਕਹਿੰਦੇ ਉਹ ਕੇਰ ਸਿਆ, ਉਹ ਗੁਣ ਇੰਨਾ ਹੈ। ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਚ ਆਏ, ਬਾਬਾ ਆਨੰਦ ਸਿੰਘ ਦੇ ਚਰਨਾਂ ਚ ਆਏ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਸੱਚੇ ਦਿਲੋਂ ਲਾਈਆਂ ਜਿਨ੍ਹਾਂ ਰੱਬ ਨਾਲ ਯਾਰੀਆਂ, ਸੱਚੇ ਦਿਲੋਂ ਲਾਈਆਂ ਜਿਨ੍ਹਾਂ ਰੱਬ ਨਾਲ ਯਾਰੀਆਂ, ਸੱਚੇ ਦਿਲੋਂ ਲਾਈਆਂ ਜਿਨ੍ਹਾਂ ਰੱਬ ਨਾਲ ਯਾਰੀਆਂ, ਸੱਚੇ ਦਿਲੋਂ ਲਾਈਆਂ, ਸੱਚੇ ਦਿਲੋਂ ਲਾਈਆਂ ਜਿਨ੍ਹਾਂ ਰੱਬ ਨਾਲ ਯਾਰੀਆਂ, ਸੱਚੇ ਦਿਲੋਂ ਲਾਈਆਂ ਜਿਨ੍ਹਾਂ ਰੱਬ ਨਾਲ ਯਾਰੀਆਂ। ਤੇ ਫਕੀਰਾਂ ਦੀਆਂ ਆਓ ਸਮਾਪਤੀ ਕਰੀਏ। ਮਹਾਂਪੁਰਖ ਸਟੇਜ ਤੇ ਬੈਠੇ ਆ ਸ੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ, ਉਹਨਾਂ ਨਾਲ ਸੰਤ ਬਾਬਾ ਅਮਰੀਕ ਸਿੰਘ ਜੀ। ਇਹ ਪਿਆਰ ਹੈ ਬਾਬਾ ਜੋਗਾ ਸਿੰਘ ਜੀ ਹੁਣਾਂ ਦਾ। ਕਿੱਥੇ ਜਗਰਾਉਂ ਦੇ ਲਾਗੇ ਹੈ ਪੜੈਣ, ਹਾਜ਼ਰੀ ਭਰਨ ਆਏ ਆ, ਪਿਆਰ ਵਿੱਚ ਦਰਸ਼ਨ ਮੇਲੇ ਕਰਨਾ ਹੈ। ਸੰਤ ਬਾਬਾ ਗੁਰਚਰਨ ਸਿੰਘ ਜੀ ਪਾਂਡਵੇ ਵਾਲੇ, ਹੋਰ ਵੀ ਬੇਅੰਤ ਮਹਾਂਪੁਰਖ। ਆਓ ਸਮਾਂ ਨਹੀਂ, ਮੈਂ ਕੇਵਲ ਤੁਹਾਡੇ ਚਰਨਾਂ ਜਿੱਥੋਂ ਵੀਰ ਜਤਿੰਦਰ ਸਿੰਘ ਗੱਲ ਕਰ ਰਿਹਾ ਸੀ ਵੀ ਉਮਰਾਂ ਵੱਧਦੀਆਂ, ਤੇ ਮੈਂ ਉਹ ਵਚਨ ਬਾਬਾ ਈਸ਼ਰ ਸਿੰਘ ਦੇ ਜੀਵਨ ਚੋਂ ਸੁਣਾਇਆ ਕਿ ਕਹਿੰਦੀ ਇਹਨੇ ਢਾਈਆਂ ਦਾ ਨਹੀਂ ਹੋਣਾ, ਸਾਰੀ ਜ਼ਿੰਦਗੀ ਸੇਵਾ ਕੀਤੀ। ਨਾਨਕਸਰ ਜਾ ਕੇ ਵੇਖਿਓ, ਬਾਬਾ ਕੇਰ ਸਿੰਘ ਬਾਰੇ ਪੁੱਛਿਓ, ਤੇ ਸਰਚ ਕਰਿਓ ਕਿਵੇਂ ਬਾਣੀ ਪੜ੍ਹਦੇ, ਕਿਵੇਂ ਕੀਰਤਨ ਕਰਦਾ। ਇਹ ਕਿੰਨਾਂ ਦੀਆਂ ਬਾਤਾਂ ਨੇ? ਇਹ ਗੁਰੂ ਨਾਨਕ ਤੇ ਗੁਰੂ ਨਾਨਕ ਦੇ ਪਿਆਰਿਆਂ ਦੀਆਂ ਬਾਤਾਂ ਨੇ, ਰੱਬ ਦੇ ਫਕੀਰਾਂ ਦੀਆਂ ਬਾਤਾਂ ਨੇ। ਸੋ ਇਸ ਕਰਕੇ ਉਹਨਾਂ ਫਕਰਾਂ ਫਕੀਰਾਂ ਮਹਾਂਪੁਰਖਾਂ ਦੀ ਯਾਦ ਮਨਾਈ ਜਾ ਰਹੀ ਹੈ। ਆਓ ਆਪਾਂ ਵੀ ਸਾਰੇ ਮਹਾਂਪੁਰਖ ਬਾਬਾ ਜੋਗਾ ਸਿੰਘ ਜੀ ਦੇ ਸਿਰ ਤੇ ਵਾਹਿਗੁਰੂ ਹੱਥ ਰੱਖ ਕੇ ਇਹ ਸੇਵਾ ਲਵੇ। ਗਾਂ ਉਹਨਾਂ ਦੇ ਸੁਪੁੱਤਰ ਵੀ ਬੜਾ ਸੋਹਣਾ ਕੀਰਤਨ ਕਰਨ ਲੱਗ ਗਏ। ਮਹਾਰਾਜ ਦੀ ਕਿਰਪਾ, ਸੱਚੇ ਪਾਤਸ਼ਾਹ ਮਿਹਰ ਕਰਨ। ਆਓ ਬਸ ਇੱਕੋ ਹੀ ਧਾਰਨਾ ਪੜ ਕੇ ਸਮਾਪਤੀ ਕਰੀਏ। ਆਪਾਂ ਵੀ ਆਪਣੀ ਬੇਨਤੀ ਕਰੀਏ ਕਿ ਐ ਗੁਰੂ ਨਾਨਕ ਸਾਹਿਬ ਜੀ, ਆ ਸਾਡੀਆਂ ਤਕਦੀਰਾਂ ਵੀ ਬਦਲ ਦੇ ਕਿ ਸਾਡੀ ਜ਼ਿੰਦਗੀ ਲੰਘ ਜੂ ਠੇਕਿਆਂ ਤੇ ਧੱਕੇ ਖਾਂਦੇ, ਸਾਡੀ ਜ਼ਿੰਦਗੀ ਲੰਘ ਜੂ ਤਮਾਕੂ ਦੀਆਂ ਪੁੜੀਆਂ ਹੀ ਮਿਲਦੇ ਆ, ਸਾਡੀ ਜ਼ਿੰਦਗੀ ਲੰਘ ਜੂ ਨਾਈਆਂ ਦੀਆਂ ਦੁਕਾਨਾਂ ਤੇ ਹੀ ਧੱਕੇ ਖਾਂਦੇ ਆ। ਉਹ ਕਿਤੇ ਸਾਡੇ ਵੀ ਲੇਖ ਬਦਲਦੇ, ਸਾਡੇ ਤੇ ਵੀ ਕਿਰਪਾ ਕਰ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅੱਗੇ ਬੇਨਤੀ ਕਰੀਏ, ਬਾਬਾ ਜਵਾਲਾ ਸਿੰਘ ਜੀ ਅੱਗੇ ਬੇਨਤੀ ਕਰੀਏ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਨ ਹੈ, ਥਾਂ ਥਾਂ ਤੇ ਮਨਾਇਆ ਜਾ ਰਿਹਾ। ਮੈਂ ਤਿੰਨਾਂ ਮਹਾਂਪੁਰਖਾਂ ਦਾ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਇੱਕੋ ਹੀ ਬੇਨਤੀ ਹੈ, ਸਾਈਆਂ ਨਦਰ ਮਿਹਰ ਦੀ ਕਰ ਦੇ, ਤੇਰੀ ਨਦਰ ਵਿੱਚ ਹੀ ਐਸੀ ਤਾਕਤ ਆਹ ਨਿਗਾਹ। ਸਾਈਆਂ ਨਦਰ ਮਿਹਰ ਦੀ ਕਰ ਦੇ, ਦਰ ਤੇ ਆਈਆਂ ਸੰਗਤਾਂ ਤੇ, ਨਦਰ ਮਿਹਰ ਦੀ ਕਰ ਦੇ, ਦਰ ਤੇ ਆਈਆਂ ਸੰਗਤਾਂ ਤੇ, ਸਾਈਆਂ ਨਦਰ ਮਿਹਰ ਦੀ ਕਰ ਦੇ, ਦਰ ਤੇ ਆਈਆਂ ਸੰਗਤਾਂ ਤੇ, ਸਾਈਆਂ ਨਦਰ ਮਿਹਰ ਦੀ ਕਰ ਦੇ, ਦਰ ਤੇ ਆਈਆਂ ਸੰਗਤਾਂ, ਨਦਰ ਮਿਹਰ ਦੀ ਕਰ ਦੇ, ਦਰ ਤੇ ਆਈਆਂ ਸੰਗਤਾਂ ਦੇ, ਸਾਈਆਂ ਨਦਰ ਮਿਹਰ ਦੀ ਕਰ ਦੇ, ਦਰ ਤੇ ਆਈਆਂ ਸੰਗਤਾਂ ਦੇ। ਹਾਂਜੀ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣਿਆ ਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਕਟੇ ਹੀ।